ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨਕੇ ਪੰਜਾਬੀ ਕਹਾਣੀਆਂ 'ਤੇ। ਮੈਂ ਅਜੇ 14 ਸਾਲ ਦੀ ਹੀ ਸੀ ਕਿ ਮੇਰੇ ਮਾਤਾ ਪਿਤਾ ਇਸ ਦੁਨੀਆ ਤੋਂ ਚਲੇ ਗਏ। ਮਾਤਾ ਪਿਤਾ ਤੋਂ ਬਾਅਦ ਮੈਂ ਆਪਣੇ ਚਾਚਾ ਚਾਚੀ ਦੇ ਘਰ ਹੀ ਰਹਿੰਦੀ ਸੀ। ਮੇਰੇ ਚਾਚਾ ਚਾਚੀ ਨੇ ਮੈਨੂੰ ਜ਼ਿਆਦਾ ਪਿਆਰ ਨਹੀਂ ਦਿੱਤਾ, ਸਗੋਂ ਆਪਣੇ ਬੱਚਿਆਂ 'ਤੇ ਹੀ ਜ਼ਿਆਦਾ ਧਿਆਨ ਦਿੱਤਾ। ਮੇਰੇ ਚਾਚੇ ਦੀ ਜ਼ਿੰਦਗੀ ਵੀ ਜ਼ਿਆਦਾ ਲੰਮੀ ਨਹੀਂ ਸੀ ਤੇ ਉਹ ਵੀ ਇਸ ਦੁਨੀਆ ਨੂੰ ਹਮੇਸ਼ਾ ਲਈ अलविदा आ गई। चाचे तो बाद चाची ने अपना असली रंग दिखाया। उसने घरों सारे नौकर हटा दिते ते मेरे ते जुल्म करना शुरू कर दिता। घर दे सारे कम्मां दी जिम्मेवारी मेरे ते आ गई। इसे दौरान चाची दा भतीजा जो कि 22 साल दा सी मेरे ते फिदा हो गया। जदों चाची नूं इस बारे पता लगा तां ओह अग बबला हो गए, क्योंकि जो मैनू बचपन तो ही नफरत करती सी ਉਹ ਭਲਾ ਮੈਨੂੰ ਕਿਵੇਂ ਆਪਣੀ ਬਹੂ ਬਣਾਉਂਦੀ। ਉਸਨੇ ਆਪਣੇ ਭਤੀਜੇ ਲਈ ਪਤਾ ਨਹੀਂ ਕਿੰਨੇ ਸੁਪਨੇ ਦੇਖੇ ਹੋਣਗੇ ਕਿ ਉਹ ਉਸ ਲਈ ਕੋਈ ਡਾਕਟਰ, ਉੱਚੇ ਖਾਨਦਾਨ ਦੀ ਲੜਕੀ ਲਿਆਵੇਗੀ, ਪਰ ਮੈਂ ਤਾਂ ਇੱਕ ਗਰੀਬ ਲੜਕੀ ਸੀ ਜਿਸ ਦੇ ਮਾਤਾ ਪਿਤਾ ਵੀ ਨਹੀਂ ਸਨ। ਮੇਰੇ ਸਿਰਫ ਇੱਕ ਹੀ ਖੂਬੀ ਸੀ ਕਿ ਮੈਨੂੰ ਰੱਬ ਨੇ ਰੱਜ ਕੇ ਹੁਸਨ ਦਿੱਤਾ ਸੀ ਤੇ ਚਾਚੀ ਦਾ ਭਤੀਜਾ ਰਵੀ ਮੇਰੇ ਇਸੇ ਹੁਸਨ 'ਤੇ ਹੀ ਫਿਦਾ ਹੋ ਗਿਆ ਸੀ। ਉਸਨੇ ਚਾਚੀ ਨੂੰ ਆਖ ਵੀ ਦਿੱਤਾ ਸੀ ਕਿ ਉਹ ਵਿਆਹ ਕਰੇਗਾ ਤਾਂ ਸਿਰਫ ਮੇਰੇ ਨਾਲ। ਚਾਚੀ ਮੈਨੂੰ ਆਖਦੀ ਰਹਿੰਦੀ ਕਿ ਤੂੰ ਹੀ ਉਸਨੂੰ ਆਪਣੇ ਜਾਲ 'ਚ ਫਸਾਇਆ ਹੈ। ਇਸ ਤਰ੍ਹਾਂ 2 ਸਾਲ ਲੰਘ ਗਏ ਤੇ ਮੈਂ ਮਾਲਕ ਅੱਗੇ ਇਹੀ ਦੁਆ ਕਰਦੀ ਕਿ ਛੇਤੀ ਛੇਤੀ ਮੇਰਾ ਵਿਆਹ ਹੋ ਜਾਵੇ ਤੇ ਮੈਂ ਇਸ ਨਰਕ ਤੋਂ ਨਿਕਲਾਂ। ਮੈਂ ਚਾਚੀ ਦੇ ਭਤੀਜੇ ਨਾਲ ਬਿਲਕੁਲ ਵੀ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ, ਕਿਉਂਕਿ ਉਸ ਨਾਲ ਵਿਆਹ ਕਰਵਾਉਣ ਦਾ ਮਤਲਬ ਸੀ ਕਿ ਫਿਰ ਤੋਂ ਇਸੇ ਨਰਕ 'ਚ ਆਉਣਾ। ਇਸੇ ਦੌਰਾਨ ਮੇਰੇ ਲਈ ਇੱਕ ਰਿਸ਼ਤਾ ਆਇਆ ਤਾਂ ਚਾਚੀ ਨੇ ਝੱਟ ਹਾਂ ਕਰ ਦਿੱਤੀ ਤੇ ਝੱਟ ਮੰਗਣੀ ਤੇ ਪਟ ਵਿਆਹ ਵੀ ਕਰ ਦਿੱਤਾ। ਮੇਰੇ ਸਹੁਰੇ ਵਾਲਿਆਂ ਨੇ ਦਾਜ ਦੇ ਨਾਂ 'ਤੇ ਇੱਕ ਪੈਸਾ ਵੀ ਨਹੀਂ ਲਿਆ, ਸਗੋਂ ਮੇਰੇ ਕੱਪੜੇ ਵੀ ਉਹਨਾਂ ਨੇ ਹੀ ਬਣਵਾਏ ਸਨ। ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਇੰਨਾ ਚੰਗਾ ਸਹੁਰਾ ਘਰ ਮਿਲ ਰਿਹਾ ਹੈ ਜਿਨ੍ਹਾਂ ਦੀ ਕੋਈ ਵੀ ਮੰਗ ਨਹੀਂ ਸੀ। ਪਰ ਵਿਆਹ ਤੋਂ ਬਾਅਦ ਪਹਿਲੀ ਰਾਤ ਹੀ ਮੇਰੀ ਸਾਰੀ ਖੁਸ਼ੀ ਹਵਾ ਹੋ ਗਈ। ਜਦੋਂ ਮੈਨੂੰ ਮੇਰੇ ਪਤੀ ਦੀ ਹਕੀਕਤ ਪਤਾ ਲੱਗੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਹਿਲੀ ਰਾਤ ਜਦੋਂ ਮੇਰਾ ਪਤੀ ਮੋਹਨ ਕਮਰੇ 'ਚ ਆਇਆ ਤਾਂ ਮੈਂ ਬੈੱਡ 'ਤੇ ਸਿਰ ਝੁਕਾ ਕੇ ਚੁੰਨੀ ਲੈ ਕੇ ਬੈਠੀ ਸੀ। ਪਤਾ ਨਹੀਂ ਮੈਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ ਤੇ ਲੱਗ ਰਿਹਾ ਸੀ ਕਿ ਕੁਝ ਮਾੜਾ ਹੋਣ ਵਾਲਾ ਹੈ। ਜਦੋਂ ਮੇਰਾ ਪਤੀ ਕਮਰੇ 'ਚ ਆਇਆ ਤਾਂ ਉਹਨਾਂ ਨੇ ਆਉਂਦਿਆਂ ਹੀ ਮੈਨੂੰ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਦੇ ਲੱਗਦੇ ਹੋ। ਇਹ ਸੁਣ ਮੈਂ ਹੈਰਾਨ ਹੋਈ ਤੇ ਉਹਨਾਂ ਵੱਲ ਦੇਖਿਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਖੁਦ ਘੁੰਡ ਚੁੱਕ ਕੇ ਦੇਖ ਲਓ ਕਿ ਮੈਂ ਕਿਹੋ ਜਿਹੀ ਹਾਂ। ਮੇਰਾ ਇੰਨਾ ਆਖਣ ਤੇ ਉਹ ਹੱਸਣ ਲੱਗੇ। ਮੇਰੇ ਗੱਲ ਸਮਝ ਨਾ ਆਈ ਕਿ ਉਹ ਹੱਸ ਕਿਉਂ ਰਹੇ ਹਨ ਤੇ ਮੇਰਾ ਘੁੰਡ ਕਿਉਂ ਨਹੀਂ ਚੁੱਕ ਰਹੇ। ਜਦੋਂ ਮੈਂ ਖੁਦ ਹੀ ਘੁੰਡ ਚੁੱਕ ਕੇ ਉਹਨਾਂ ਨੂੰ ਦੇਖਿਆ ਤਾਂ ਉਹ ਬਾਹਰ ਖਿੜਕੀ ਵੱਲ ਦੇਖ ਰਹੇ ਸਨ ਤੇ ਮੇਰੇ ਵੱਲ ਤਾਂ ਦੇਖ ਹੀ ਨਹੀਂ ਰਹੇ ਸਨ। ਉਹਨਾਂ ਦੇ ਬਾਹਰ ਵੱਲ ਦੇਖਣ 'ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੇਰੇ ਤੋਂ ਨਾਰਾਜ਼ ਹੋ ਜਾਂ ਤੁਹਾਡਾ ਵਿਆਹ ਮੇਰੇ ਨਾਲ ਧੱਕੇ ਨਾਲ ਕੀਤਾ ਗਿਆ ਹੈ, ਕਿ ਤੁਸੀਂ ਹੋਰ ਕਿਸੇ ਨੂੰ ਪਸੰਦ ਕਰਦੇ ਹੋ ਜੋ ਮੇਰੇ ਵੱਲ ਨਹੀਂ ਦੇਖ ਰਹੇ। ਮੇਰੀ ਇਹ ਗੱਲ ਸੁਣ ਉਹ ਫਿਰ ਹੱਸਣ ਲੱਗੇ। ਮੈਨੂੰ ਉਹਨਾਂ ਦੇ ਇਸ ਰਵੱਈਏ 'ਤੇ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ ਤੇ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਮੇਰੀ ਪੂਰੀ ਕੋਸ਼ਿਸ਼ ਸੀ ਕਿ ਉਹ ਇੱਕ ਵਾਰ ਮੇਰਾ ਚਿਹਰਾ ਦੇਖ ਲੈਣ ਤਾਂ ਯਕੀਨਨ ਉਸ ਲੜਕੀ ਨੂੰ ਭੁੱਲ ਜਾਣਗੇ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਸਨ, ਜਾਂ ਫਿਰ ਕੋਈ ਹੋਰ ਗੱਲ ਹੋਵੇਗੀ। ਪਰ ਉਹ ਬਾਹਰ ਖਿੜਕੀ ਵੱਲ ਹੀ ਦੇਖ ਰਹੇ ਸਨ। ਮੇਰੇ ਵੱਲ ਤਾਂ ਉਹਨਾਂ ਦਾ ਧਿਆਨ ਹੀ ਨਹੀਂ ਸੀ। ਮੈਂ ਤਾਂ ਵਿਆਹ ਤੋਂ ਪਹਿਲਾਂ ਇਹੀ ਸੋਚ ਰਹੀ ਸੀ ਕਿ ਮੈਨੂੰ ਇੱਕ ਚੰਗਾ ਪਰਿਵਾਰ ਮਿਲਿਆ ਹੈ ਤੇ ਮੈਂ ਪਰਿਵਾਰ ਦੀ ਪੂਰੀ ਸੇਵਾ ਕਰਾਂਗੀ ਤੇ ਵਾਪਸ ਕਦੇ ਵੀ ਆਪਣੀ ਚਾਚੀ ਕੋਲ ਨਹੀਂ ਜਾਵਾਂਗੀ। ਮੈਂ ਅਜੇ ਇਹ ਸੋਚ ਹੀ ਰਹੀ ਸੀ ਕਿ ਅਚਾਨਕ ਮੋਹਨ ਦੇ ਬੋਲ ਮੇਰੇ ਕੰਨ 'ਚ ਪਏ ਕਿ ਤੈਨੂੰ ਕਿਸੇ ਨੇ ਦੱਸਿਆ ਨਹੀਂ ਕਿ ਮੈਂ ਦੇਖ ਨਹੀਂ ਸਕਦਾ। ਮੋਹਨ ਦੀ ਗੱਲ ਸੁਣ ਮੈਨੂੰ ਲੱਗਿਆ ਕਿ ਉਹ ਮਜ਼ਾਕ ਕਰ ਰਹੇ ਹਨ
ਤੇ ਮੈਂ ਉਹਨਾਂ ਨੂੰ ਆਖ ਵੀ ਦਿੱਤਾ ਕਿ ਇਹ ਮਜ਼ਾਕ ਦਾ ਸਮਾਂ ਨਹੀਂ ਹੈ ਤੇ ਨਾ ਹੀ ਮੈਨੂੰ ਇਸ ਤਰ੍ਹਾਂ ਦਾ ਮਜ਼ਾਕ ਪਸੰਦ ਹੈ। ਮੈਂ ਤੁਹਾਡੇ ਲਈ ਇਸ ਤਰ੍ਹਾਂ ਦੀ ਗੱਲ ਬਰਦਾਸ਼ਤ ਵੀ ਨਹੀਂ ਕਰ ਸਕਦੀ। ਪਰਮਾਤਮਾ ਤੁਹਾਡੀਆਂ ਅੱਖਾਂ ਸਲਾਮਤ ਰੱਖਣ। ਤੁਹਾਡੀ ਮੁਹੱਬਤ ਮੇਰੇ ਲਈ ਇਬਾਦਤ ਵਰਗੀ ਹੈ। ਮੇਰੀਆਂ ਇਹ ਗੱਲਾਂ ਸੁਣ ਉਹ ਫਿਰ ਹੱਸਣ ਲੱਗੇ ਤੇ ਕਹਿਣ ਲੱਗੇ ਕਿ ਮੇਰੀ ਜਾਨ, ਇਹ ਦੁਨੀਆ ਬਹੁਤ ਬੇਵਫਾ ਹੈ। ਜੇਕਰ ਇਨਸਾਨ 'ਚ ਕੋਈ ਖੂਬੀ ਹੈ ਤਾਂ ਦੁਨੀਆ ਉਸੇ ਨੂੰ ਪਿਆਰ ਕਰਦੀ ਹੈ, ਪਰ ਜੇਕਰ ਇਨਸਾਨ 'ਚ ਕੋਈ ਕਮੀ ਹੈ ਤਾਂ ਇਹ ਦੁਨੀਆ ਵਫਾ ਤੋਂ ਬੇਵਫਾ ਹੋ ਜਾਂਦੀ ਹੈ। ਮੈਂ ਸਾਰਿਆਂ ਤੋਂ ਸੁਣਿਆ ਹੈ ਕਿ ਤੁਸੀਂ ਬਹੁਤ ਹੀ ਖੂਬਸੂਰਤ ਹੋ, ਪਰ ਅਫਸੋਸ ਮੈਂ ਤੁਹਾਡੀ ਖੂਬਸੂਰਤੀ ਨਹੀਂ ਦੇਖ ਸਕਦਾ। ਮੋਹਨ ਬੋਲਦਾ ਜਾ ਰਿਹਾ ਸੀ, ਪਰ ਮੈਨੂੰ ਅਜੇ ਵੀ ਲੱਗ ਰਿਹਾ ਸੀ ਕਿ ਉਹ ਮਜ਼ਾਕ ਕਰ ਰਹੇ ਹਨ। ਪਰ ਥੋੜ੍ਹੇ ਸਮੇਂ ਬਾਅਦ ਮੈਨੂੰ ਅੰਦਾਜ਼ਾ ਹੋ ਗਿਆ ਕਿ ਇਹ ਮਜ਼ਾਕ ਨਹੀਂ, ਇੱਕ ਬਹੁਤ ਵੱਡੀ ਸੱਚਾਈ ਸੀ ਤੇ ਮੈਂ ਅੱਖਾਂ ਅੱਡੀ ਆਪਣੇ ਪਤੀ ਨੂੰ ਦੇਖ ਰਹੀ ਸੀ। ਮੇਰਾ ਸੁਪਨਿਆਂ ਦਾ ਮਹਿਲ ਜ਼ਮੀਨ 'ਤੇ ਇੱਕ ਪਲ 'ਚ ਢੇਰੀ ਹੋ ਗਿਆ ਸੀ। ਮੈਂ ਕੀ ਸੋਚ ਕੇ ਆਈ ਸੀ ਤੇ ਜਿਸ ਇਨਸਾਨ ਦੇ ਸਹਾਰੇ ਆਈ ਸੀ ਉਹ ਤਾਂ ਦੇਖ ਹੀ ਨਹੀਂ ਸਕਦਾ, ਤੇ ਜੋ ਦੇਖ ਨਹੀਂ ਸਕਦਾ ਉਹ ਮੇਰਾ ਸਹਾਰਾ ਕਿਵੇਂ ਬਣੇਗਾ। ਇਸ ਨੂੰ ਤਾਂ ਖੁਦ ਚੱਲਣ ਲਈ ਮੇਰੇ ਸਹਾਰੇ ਦੀ ਲੋੜ ਪਵੇਗੀ। ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਸੀ ਤੇ ਇਹ ਧੋਖਾ ਹੋਰ ਕਿਸੇ ਨੇ ਨਹੀਂ, ਸਗੋਂ ਮੇਰੀ ਚਾਚੀ ਤੇ ਮੇਰੇ ਸਹੁਰੇ ਪਰਿਵਾਰ ਨੇ ਕੀਤਾ ਸੀ। ਮੈਂ ਇੱਕਦਮ ਗੁੱਸੇ 'ਚ ਖੜੀ ਹੋਈ ਤੇ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਈ ਇੱਕ ਗਰੀਬ ਤੇ ਯਤੀਮ ਲੜਕੀ ਨਾਲ ਇੰਨਾ ਵੱਡਾ ਧੋਖਾ ਕਰਦਿਆਂ ਨੂੰ। ਮੇਰੀ ਗੱਲ ਸੁਣ, ਮੋਹਨ ਨੇ ਕਿਹਾ ਕਿ ਤੇਰੀ ਚਾਚੀ ਨੂੰ ਸਭ ਕੁਝ ਪਤਾ ਸੀ, ਪਰ ਜੇ ਉਸਨੇ ਤੈਨੂੰ ਨਹੀਂ ਦੱਸਿਆ ਤਾਂ ਇਸ 'ਚ ਸਾਡੀ ਕੀ ਗਲਤੀ। ਤੇਰੇ ਨਾਲ ਧੋਖਾ ਅਸੀਂ ਨਹੀਂ, ਤੇਰੀ ਚਾਚੀ ਨੇ ਕੀਤਾ ਹੈ। ਤੇਰੀ ਚਾਚੀ ਨੇ ਤਾਂ ਮੈਨੂੰ ਕਿਹਾ ਸੀ ਕਿ ਉਸਨੇ ਤੈਨੂੰ ਸਭ ਕੁਝ ਦੱਸਿਆ ਹੈ ਤੇ ਤੈਨੂੰ ਵੀ ਪਤਾ ਹੈ ਤੇ ਤੂੰ ਵਿਆਹ ਲਈ ਰਾਜੀ ਹੈ। ਮੈਂ ਉੱਚੀ ਉੱਚੀ ਰੋਣ ਲੱਗੀ ਕਿ ਹੁਣ ਮੈਂ ਕਿੱਥੇ ਜਾਵਾਂ। ਪਹਿਲਾਂ ਹੀ ਇੱਕ ਨਰਕ 'ਚੋਂ ਨਿਕਲ ਕੇ ਆਈ ਸੀ, ਪਰ ਹੁਣ ਫਿਰ ਇੱਕ ਹੋਰ ਨਰਕ 'ਚ ਆ ਗਈ ਹਾਂ। ਹੁਣ ਕਿੱਥੇ ਜਾਵਾਂ। ਮੇਰੇ ਬੋਲਦੇ ਬੋਲਦੇ ਮੋਹਨ ਚੁੱਪਚਾਪ ਬੈੱਡ 'ਤੇ ਜਾ ਕੇ ਸੋ ਗਿਆ। ਉਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਆਖੀ। ਮੈਂ ਸਾਰੀ ਰਾਤ ਪਰੇਸ਼ਾਨ ਰਹੀ ਤੇ ਜਾਗਦੀ ਰਹੀ, ਪਰ ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ। ਜਦੋਂ ਸਵੇਰੇ ਅੱਖ ਖੁੱਲ੍ਹੀ ਤਾਂ ਮੋਹਨ ਵੀ ਸੁੱਤਾ ਪਿਆ ਸੀ, ਪਰ ਮੇਰੇ ਜਾਗਣ ਦੀ ਆਵਾਜ਼ 'ਤੇ ਉਹ ਵੀ ਜਾਗ ਗਿਆ। ਉਹਨਾਂ ਨੇ ਉੱਠ ਕੇ ਸਹਾਰਾ ਲੱਭਿਆ, ਪਰ ਗੁੱਸੇ ਕਾਰਨ ਮੈਂ ਉਹਨਾਂ ਨੂੰ ਕੋਈ ਸਹਾਰਾ ਨਾ ਦਿੱਤਾ ਤੇ ਸੋਚਿਆ ਕਿ ਮੇਰੇ ਤੋਂ ਪਹਿਲਾਂ ਵੀ ਤਾਂ ਆਪਣੇ ਕੰਮ ਆਪ ਹੀ ਕਰਦੇ ਹੋਣਗੇ। ਮੋਹਨ ਅੰਦਾਜ਼ੇ ਅਨੁਸਾਰ ਬਾਥਰੂਮ ਚਲੇ ਗਏ। ਥੋੜ੍ਹੀ ਦੇਰ ਬਾਅਦ ਵਾਪਸ ਆਏ, ਪਰ ਮੈਂ ਕੋਈ ਗੱਲ ਨਾ ਕੀਤੀ। ਮੋਹਨ ਨੇ ਮੈਨੂੰ ਬੁਲਾਇਆ ਕਿ ਰਾਧਾ ਜੀ ਤੁਸੀਂ ਕਮਰੇ 'ਚ ਹੀ ਹੋ, ਪਰ ਮੈਂ ਉਹਨਾਂ ਦੀ ਗੱਲ ਦਾ ਜਵਾਬ ਨਾ ਦਿੱਤਾ, ਕਿਉਂਕਿ ਮੈਨੂੰ ਜੋ ਤਕਲੀਫ ਹੋ ਰਹੀ ਸੀ ਉਸ ਦਾ ਅੰਦਾਜ਼ਾ ਸਿਰਫ ਮੈਨੂੰ ਹੀ ਸੀ, ਕਿਸੇ ਹੋਰ ਨੂੰ ਇਸ ਦਾ ਕੋਈ ਅੰਦਾਜ਼ਾ ਨਹੀਂ ਸੀ। ਇਸ ਤਰ੍ਹਾਂ ਹੀ ਦਿਨ ਲੰਘਦੇ ਗਏ। ਇੱਕ ਦਿਨ ਮੇਰੀ ਸੱਸ ਨੇ ਵੀ ਮੈਨੂੰ ਕਿਹਾ ਕਿ ਅਸੀਂ ਤਾਂ ਤੇਰੀ ਚਾਚੀ ਨੂੰ ਸਾਰਾ ਕੁਝ ਦੱਸ ਦਿੱਤਾ ਸੀ ਤੇ ਉਸਨੇ ਵੀ ਕਿਹਾ ਸੀ ਕਿ ਤੂੰ ਰਾਜੀ ਹੈ। ਮੇਰੀ ਸੱਸ ਨੇ ਕਿਹਾ ਕਿ ਬਹੂ, ਮੈਨੂੰ ਇਸ ਘਰ ਦਾ ਵਾਰਿਸ ਚਾਹੀਦਾ ਹੈ, ਹੁਣ ਤੂੰ ਹੀ ਮੈਨੂੰ ਵਾਰਿਸ ਦੇ ਸਕਦੀ ਹੈ। ਮੇਰੀ ਸੱਸ ਦੀਆਂ ਗੱਲਾਂ ਤੋਂ ਲੱਗਿਆ ਕਿ ਇਸ ਵਿੱਚ ਮੇਰੇ ਸਹੁਰੇ ਪਰਿਵਾਰ ਦੀ ਕੋਈ ਗਲਤੀ ਨਹੀਂ, ਕਿਉਂਕਿ ਉਹਨਾਂ ਨੇ ਤਾਂ ਚਾਚੀ ਨੂੰ ਸਭ ਕੁਝ ਦੱਸ ਦਿੱਤਾ ਸੀ, ਪਰ ਮੇਰੀ ਚਾਚੀ ਨੇ ਮੈਨੂੰ ਹਨੇਰੇ 'ਚ ਰੱਖਿਆ। ਪਰ ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਹਾਨੂੰ ਕੀ ਲੋੜ ਸੀ ਆਪਣੇ ਅੰਨੇ ਬੇਟੇ ਦਾ ਵਿਆਹ ਕਰਵਾਉਣ ਦੀ। ਮੇਰੀ ਗੱਲ ਸੁਣ, ਮੇਰੀ ਸੱਸ ਨੇ ਕਿਹਾ ਕਿ ਮੇਰੇ ਬੇਟੇ ਨੂੰ ਅੰਨਾ ਨਾ ਆਖ। ਇੰਨਾ ਆਖ ਉਹ ਰੋਣ ਲੱਗੀ। ਮੈਂ ਵੀ ਸੋਚਿਆ ਕਿ ਮੈਂ ਕਿੰਨੀ ਬਦਲ ਗਈ ਹਾਂ। ਪਹਿਲਾਂ ਮੈਂ ਇੰਨੀ ਪੱਥਰ ਦਿਲ ਨਹੀਂ ਸੀ, ਪਰ ਇਹਨਾਂ ਧੋਖਿਆਂ ਨੇ ਮੈਨੂੰ ਪੱਥਰ ਦਿਲ ਕਰ ਦਿੱਤਾ ਸੀ। ਮੈਂ ਹਰ ਵੇਲੇ ਕਮਰੇ 'ਚ ਰੋਂਦੀ ਰਹਿੰਦੀ ਤੇ ਮੋਹਨ ਵੀ ਮੇਰੀਆਂ ਹਿਚਕੀਆਂ ਸੁਣਦਾ ਰਹਿੰਦਾ ਤੇ ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ, ਪਰ ਮੈਨੂੰ ਉਹਨਾਂ ਦਾ ਵਜੂਦ ਹੀ ਆਪਣੇ ਸਾਹਮਣੇ ਬਰਦਾਸ਼ਤ ਨਹੀਂ ਹੋ ਰਿਹਾ ਸੀ। ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ। ਇੱਕ ਦਿਨ ਮੋਹਨ ਨੇ ਮੈਨੂੰ ਕਿਹਾ ਕਿ ਉਹ ਸ਼ਹਿਰ ਤੋਂ ਬਾਹਰ ਜਾ ਰਿਹਾ ਹੈ ਤੇ ਆਉਣ 'ਚ ਦੇਰ ਹੋ ਜਾਵੇਗੀ। ਇੰਨਾ ਆਖ ਉਹ ਚਲੇ ਗਏ ਤਾਂ ਮੈਂ ਸੁੱਖ ਦਾ ਸਾਹ ਲਿਆ। ਮੈਂ ਹੁਣ ਤੱਕ ਕਦੇ ਵੀ ਕੰਮ ਨੂੰ ਹੱਥ ਨਹੀਂ ਸੀ ਲਾਇਆ,
ਤੇ ਸਾਰਾ ਕੰਮ ਨੌਕਰਾਨੀ ਹੀ ਕਰਦੀ ਸੀ। ਉਸ ਰਾਤ ਨੂੰ ਜਦੋਂ ਮੈਂ ਕਮਰੇ ਸੁੱਤੀ ਪਈ ਸੀ ਤਾਂ ਅਚਾਨਕ ਮੈਨੂੰ ਪਾਣੀ ਦੀ ਤੇਹ ਲੱਗੀ ਤਾਂ ਮੈਂ ਪਾਣੀ ਪੀਣ ਲਈ ਰਸੋਈ 'ਚ ਗਈ। ਮੈਂ ਪਾਣੀ ਪੀ ਹੀ ਰਹੀ ਸੀ ਕਿ ਅਚਾਨਕ ਕਿਸੇ ਨੇ ਮੈਨੂੰ ਪਿੱਛੋਂ ਫੜ ਲਿਆ ਤੇ ਮੇਰੇ ਮੂੰਹ 'ਤੇ ਹੱਥ ਰੱਖ ਲਿਆ ਤਾਂ ਕਿ ਮੈਂ ਰੌਲਾ ਨਾ ਪਾ ਸਕਾਂ। ਉਸ ਆਦਮੀ ਨੇ ਮੇਰੇ ਕੰਨਾਂ 'ਚ ਕਿਹਾ ਕਿ ਤੁਸੀਂ ਬਹੁਤ ਹੀ ਖੂਬਸੂਰਤ ਹੋ। ਮੈਂ ਜਦੋਂ ਦਾ ਤੁਹਾਨੂੰ ਦੇਖਿਆ ਹੈ ਤੁਹਾਡਾ ਦੀਵਾਨਾ ਹੋ ਗਿਆ ਹਾਂ। ਅੱਜ ਤੁਹਾਡਾ ਪਤੀ ਘਰੇ ਨਹੀਂ ਹੈ, ਭਾਵੇਂ ਉਹ ਦੇਖ ਨਹੀਂ ਸਕਦਾ, ਪਰ ਮੈਂ ਉਸ ਦੀ ਗੈਰ ਮੌਜੂਦਗੀ 'ਚ ਆਉਣਾ ਚਾਹੁੰਦਾ ਸੀ ਤਾਂ ਕਿ ਤੁਹਾਡੇ ਨਾਲ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਕਰ ਸਕਾਂ। ਉਸਨੇ ਦੱਸਿਆ ਕਿ ਉਹ ਗੁਆਂਢ 'ਚ ਰਹਿੰਦਾ ਹੈ ਤੇ ਰੋਜ਼ਾਨਾ ਉਸ ਨੂੰ ਲੁਕ ਕੇ ਦੇਖਦਾ ਹੈ। ਉਸਨੇ ਕਿਹਾ ਕਿ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿ ਤੇਰੇ ਵਰਗੀ ਇੰਨੀ ਸੋਹਣੀ ਲੜਕੀ ਦਾ ਵਿਆਹ ਅਜਿਹੇ ਇਨਸਾਨ ਨਾਲ ਹੋ ਗਿਆ ਜੋ ਕਿ ਦੇਖ ਵੀ ਨਹੀਂ ਸਕਦਾ। ਜਦੋਂ ਮੈਂ ਉਸ ਆਦਮੀ ਨੂੰ ਮੁੜ ਕੇ ਦੇਖਿਆ ਤਾਂ ਉਸਨੇ ਮੂੰਹ ਢੱਕਿਆ ਹੋਇਆ ਸੀ, ਪਰ ਉਸ ਦੀਆਂ ਅੱਖਾਂ ਦਿਸ ਰਹੀਆਂ ਸਨ ਜੋ ਕਿ ਭੂਰੀਆਂ ਸਨ। ਮੈਨੂੰ ਕਿਸੇ ਦੇ ਮੂੰਹੋਂ ਇੰਨੇ ਚਿਰ ਬਾਅਦ ਆਪਣੀ ਤਾਰੀਫ ਸੁਣ ਕੇ ਚੰਗਾ ਲੱਗਿਆ ਤੇ ਗੁੱਸਾ ਨਹੀਂ ਆਇਆ। ਇਸੇ ਦੌਰਾਨ ਮੈਂ ਉਸ ਨੂੰ ਇਸ਼ਾਰੇ ਨਾਲ ਆਖਿਆ ਕਿ ਉਹ ਮੈਨੂੰ ਵੀ ਬੋਲਣ ਦੇਵੇ ਤਾਂ ਉਸਨੇ ਮੇਰੇ ਮੂੰਹ ਤੋਂ ਹੱਥ ਹਟਾ ਲਿਆ। ਮੈਂ ਉਸ ਨੂੰ ਕਿਹਾ ਕਿ ਤੂੰ ਇੱਥੋਂ ਚਲਾ ਜਾ, ਮੇਰਾ ਘਰ ਵਾਲਾ ਆ ਜਾਵੇਗਾ ਤਾਂ ਉਸਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਉਹ ਅੱਜ ਨਹੀਂ ਆਏਗਾ, ਪਰ ਮੈਨੂੰ ਆਪਣੀ ਸੱਸ ਦਾ ਡਰ ਸੀ ਤੇ ਉਸ ਰਾਤ ਤਾਂ ਮੈਂ ਉਸ ਨੂੰ ਭਜਾ ਦਿੱਤਾ। ਹੁਣ ਜਦੋਂ ਵੀ ਮੇਰਾ ਪਤੀ ਘਰੋਂ ਬਾਹਰ ਜਾਂਦਾ ਤਾਂ ਉਹ ਲੜਕਾ ਆ ਜਾਂਦਾ ਤੇ ਅਸੀਂ ਸਾਰੀ ਰਾਤ ਗੱਲਾਂ ਕਰਦੇ ਰਹਿੰਦੇ, ਪਰ ਉਹ ਹਮੇਸ਼ਾ ਨਕਾਬ 'ਚ ਹੀ ਰਹਿੰਦਾ ਸੀ। ਮੈਂ ਉਸ ਨੂੰ ਕਈ ਵਾਰ ਕਿਹਾ ਕਿ ਨਕਾਬ ਹਟਾ ਦੇਵੇ, ਪਰ ਉਹ ਹਮੇਸ਼ਾ ਆਖਦਾ ਕਿ ਸਮਾਂ ਆਉਣ 'ਤੇ ਹਟਾਵਾਂਗਾ। ਹੁਣ ਮੈਂ ਸਾਰਾ ਦਿਨ ਉਸ ਬਾਰੇ ਸੋਚਦੀ ਰਹਿੰਦੀ ਤੇ ਜਿਸ ਚੀਜ਼ ਦੀ ਕਮੀ ਸੀ ਉਹ ਮਿਲ ਰਹੀ ਸੀ। ਅਜਿਹਾ ਸਿਲਸਿਲਾ ਕਾਫੀ ਚਿਰ ਚੱਲਦਾ ਰਿਹਾ ਤੇ ਕਦੇ ਵੀ ਉਸਨੇ ਕੋਈ ਗਲਤ ਹਰਕਤ ਨਹੀਂ ਸੀ ਕੀਤੀ, ਪਰ ਮੇਰੀ ਅਕਲ 'ਤੇ ਜਿਵੇਂ ਪਰਦਾ ਪੈ ਗਿਆ ਸੀ ਕਿਉਂਕਿ ਮੈਂ ਇੱਕ ਗੈਰ ਮਰਦ ਨਾਲ ਗੱਲਾਂ ਕਰਦੀ ਸੀ ਤੇ ਉਹ ਤਾਂ ਮੇਰੇ ਕਮਰੇ ਤੱਕ ਵੀ ਆ ਜਾਂਦਾ ਸੀ ਤੇ ਕਦੇ ਵੀ ਕੋਈ ਗਲਤ ਹਰਕਤ ਕਰ ਸਕਦਾ ਸੀ। ਮੇਰਾ ਪਤੀ ਭਾਵੇਂ ਅੰਨਾ ਸੀ, ਪਰ ਮੇਰਾ ਤਾਂ ਦਿਲ ਹੀ ਅੰਨਾ ਹੋ ਗਿਆ ਸੀ। ਮੈਂ ਕੀ ਕਰ ਰਹੀ ਸੀ ਮੈਨੂੰ ਨਜ਼ਰ ਨਹੀਂ ਆ ਰਿਹਾ ਸੀ। ਮੈਂ ਕਿੰਨਾ ਗਲਤ ਕਰ ਰਹੀ ਸੀ ਇਸ ਦਾ ਮੈਨੂੰ ਕੋਈ ਅਹਿਸਾਸ ਨਹੀਂ ਸੀ ਤੇ ਨਾ ਹੀ ਕਦੇ ਆਪਣੇ ਆਪ ਨੂੰ ਕੋਈ ਸਵਾਲ ਕੀਤਾ ਕਿ ਮੈਂ ਅਜਿਹਾ ਕਿਉਂ ਕਰ ਰਹੀ ਹਾਂ। ਇੱਕ ਰਾਤ ਅਸੀਂ ਦੋਵੇਂ ਗੱਲਾਂ ਕਰ ਰਹੇ ਸੀ ਤਾਂ ਅਚਾਨਕ ਮੋਹਨ ਦਾ ਮੈਸੇਜ ਆਇਆ ਕਿ ਉਹ ਪਹੁੰਚਣ ਵਾਲਾ ਹੈ। ਮੈਂ ਹੈਰਾਨ ਹੋਈ ਕਿ ਉਹ ਇੱਕਦਮ ਕਿਵੇਂ ਆ ਗਿਆ। ਸੋਚ ਹੀ ਰਹੀ ਸੀ ਕਿ ਗੱਡੀ ਅੰਦਰ ਆ ਗਈ। ਮੈਨੂੰ ਘਬਰਾਈ ਨੂੰ ਦੇਖ ਕੇ ਉਸ ਲੜਕੇ ਨੇ ਕਿਹਾ ਕਿ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਤੇਰਾ ਘਰ ਵਾਲਾ ਤਾਂ ਦੇਖ ਹੀ ਨਹੀਂ ਸਕਦਾ, ਤੇ ਐਨਾ ਆਖ ਉਹ ਚਲਾ ਗਿਆ। ਥੋੜ੍ਹੀ ਦੇਰ 'ਚ ਮੋਹਨ ਵੀ ਅੰਦਰ ਆਇਆ। ਮੈਂ ਉਸ ਨਾਲ ਕੋਈ ਗੱਲ ਨਾ ਕੀਤੀ। ਉਸ ਨੇ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਮੈਂ ਵੀ ਜਵਾਬ ਦਿੱਤਾ ਤੇ ਸੌਣ ਲਈ ਪੈ ਗਈ। ਪਰ ਮੈਨੂੰ ਮਹਿਸੂਸ ਹੋਇਆ ਕਿ ਮੋਹਨ ਸੁੱਤਾ ਨਹੀਂ ਸੀ, ਸਗੋਂ ਬੈਠਾ ਹੋਇਆ ਸੀ। ਉਹ ਇੱਕਦਮ ਬੋਲੇ ਕਿ ਰਾਧਾ, ਕਿ ਤੈਨੂੰ ਪਤਾ ਹੈ ਕਿ ਮੇਰੇ ਪਿਤਾ ਜੀ ਵੀ ਅੰਨੇ ਸਨ ਤੇ ਮੇਰੀ ਮਾਂ ਬਹੁਤ ਹੀ ਖੂਬਸੂਰਤ ਸੀ। ਰਿਸ਼ਤੇਦਾਰਾਂ ਦੇ ਦਬਾਅ 'ਚ ਆ ਕੇ ਮੇਰੀ ਮਾਂ ਨੇ ਮੇਰੇ ਪਿਤਾ ਨਾਲ ਵਿਆਹ ਕੀਤਾ ਸੀ, ਪਰ ਉਹਨਾਂ ਨੂੰ ਤੇਰੇ ਵਾਂਗ ਇੱਕ ਅੰਨੇ ਇਨਸਾਨ ਨਾਲ ਜ਼ਿੰਦਗੀ ਬਤੀਤ ਕਰਨਾ ਬਹੁਤ ਔਖਾ ਲੱਗ ਰਿਹਾ ਸੀ। ਪਰ ਜਦੋਂ ਮੈਂ ਪੈਦਾ ਹੋਇਆ ਤਾਂ ਉਹਨਾਂ ਨੇ ਆਪਣਾ ਦਿਲ ਮੇਰੇ 'ਚ ਲਾ ਲਿਆ, ਪਰ ਥੋੜ੍ਹੇ ਚਿਰ 'ਚ ਮੇਰੇ ਤੋਂ ਵੀ ਉਹਨਾਂ ਦਾ ਦਿਲ ਭਰ ਗਿਆ। ਫਿਰ ਉਹਨਾਂ ਨੇ ਆਪਣਾ ਦਿਲ ਕਿਤੇ ਹੋਰ ਲਾਇਆ ਤੇ ਪਾਪਾ ਦੀ ਗੈਰ ਮੌਜੂਦਗੀ 'ਚ ਰੋਜ਼ਾਨਾ ਕੋਈ ਗੈਰ ਮਰਦ ਘਰ ਆਉਂਦਾ ਤੇ ਮਾਂ ਸਾਰਾ ਦਿਨ ਉਸ ਨਾਲ ਗੱਲਾਂ ਕਰਦੀ ਰਹਿੰਦੀ ਤੇ ਮੈਂ ਸੁਣਦਾ ਸੀ, ਪਰ ਕਹਿੰਦਾ ਕੁਝ ਵੀ ਨਹੀਂ ਸੀ। ਜਿਵੇਂ ਹੀ ਮੋਹਨ ਨੇ ਇਹ ਸ਼ਬਦ ਬੋਲੇ ਤਾਂ ਮੇਰੀ ਜਾਨ ਹੀ ਨਿਕਲ ਗਈ, ਕਿਉਂਕਿ ਇਹ ਤਾਂ ਮੇਰੀ ਹੀ ਕਹਾਣੀ ਸੀ ਜੋ ਮੈਨੂੰ ਸੁਣਾਈ ਜਾ ਰਹੀ ਸੀ। ਮੋਹਨ ਨੇ ਫਿਰ ਬੋਲਣਾ ਸ਼ੁਰੂ ਕੀਤਾ। ਉਸਨੇ ਕਿਹਾ ਕਿ
ਉਸ ਸਮੇਂ ਭਾਵੇਂ ਮੈਂ ਬੱਚਾ ਸੀ, ਪਰ ਮਾਂ ਦੀਆਂ ਇਹ ਹਰਕਤਾਂ ਦੇਖ ਜਿਵੇਂ ਮੇਰਾ ਬਚਪਨ ਖਤਮ ਹੋ ਗਿਆ ਸੀ ਤੇ ਇਸੇ ਤਰ੍ਹਾਂ ਜਵਾਨੀ ਆ ਗਈ। ਉਹ ਆਦਮੀ ਪਤਾ ਨਹੀਂ ਕਿੱਥੇ ਚਲਾ ਗਿਆ। ਫਿਰ ਮੈਂ ਤੇ ਮੇਰੀ ਮਾਂ ਸੀ। ਮੇਰੀ ਮਾਂ ਨੇ ਦੂਜਾ ਬੱਚਾ ਪੈਦਾ ਕਰਨ ਦੀ ਹਿੰਮਤ ਨਹੀਂ ਕੀਤੀ ਅਤੇ ਮੇਰੇ ਪਿਤਾ ਇਸ ਦੁਨੀਆ ਤੋਂ ਹਮੇਸ਼ਾ ਲਈ ਚਲੇ ਗਏ। ਸਾਰੀ ਜ਼ਿੰਦਗੀ ਮੇਰੇ ਪਿਤਾ ਨੂੰ ਇਹ ਪਤਾ ਨਾ ਲੱਗ ਸਕਿਆ ਕਿ ਉਹਨਾਂ ਦੀ ਗੈਰ ਮੌਜੂਦਗੀ 'ਚ ਕੋਈ ਉਹਨਾਂ ਦੇ ਘਰ ਆਉਂਦਾ ਹੈ ਤੇ ਉਹਨਾਂ ਦੀ ਪਤਨੀ ਨਾਲ ਗੱਲਾਂ ਕਰਦਾ ਹੈ। ਇਸੇ ਵੇਲੇ ਮੋਹਨ ਨੇ ਦੱਸਿਆ ਕਿ ਉਹ ਪੈਦਾਇਸ਼ੀ ਅੰਨਾ ਨਹੀਂ ਸੀ। ਮੈਂ ਬਚਪਨ 'ਚ ਦੇਖ ਸਕਦਾ ਸੀ ਤੇ ਮੈਂ ਆਪਣੀ ਮਾਂ ਦੀਆਂ ਹਰਕਤਾਂ ਦੇਖਦਾ ਰਹਿੰਦਾ ਸੀ, ਪਰ ਹੌਲੀ ਹੌਲੀ ਮੇਰੀ ਅੱਖਾਂ ਦੀ ਰੋਸ਼ਨੀ ਚਲੀ ਗਈ ਕਿਉਂਕਿ ਇਹ ਅੰਨਾਪਨ ਮੇਰੇ ਪਿਤਾ ਵੱਲੋਂ ਮੈਨੂੰ ਵਿਰਾਸਤ 'ਚ ਮਿਲਿਆ ਸੀ। ਮੈਨੂੰ ਅੰਨੇ ਹੋਣ 'ਤੇ ਖੁਸ਼ੀ ਵੀ ਸੀ ਕਿ ਮੈਂ ਅੰਨਾ ਹੋ ਗਿਆ ਕਿਉਂਕਿ ਮੈਂ ਆਪਣੀ ਮਾਂ ਦੀਆਂ ਹਰਕਤਾਂ ਤਾਂ ਨਹੀਂ ਸੀ ਦੇਖ ਸਕਦਾ ਕਿ ਮੇਰੀ ਮਾਂ ਕੀ ਗਲਤ ਕਰ ਰਹੀ ਹੈ। ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੇ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਤੇ ਦੂਜਿਆਂ ਖਾਤਰ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ ਤੇ ਮੈਨੂੰ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਤੇ ਮੈਂ ਆਪਣਾ ਇਲਾਜ ਸ਼ੁਰੂ ਕੀਤਾ। ਥੋੜ੍ਹੇ ਜਿਹੇ ਇਲਾਜ ਤੋਂ ਬਾਅਦ ਤੇ ਇੱਕ ਆਪਰੇਸ਼ਨ ਨਾਲ ਮੇਰੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਤੇ ਸਭ ਕੁਝ ਦੇਖਣ ਲੱਗਾ ਸੀ। ਉਸ ਸਮੇਂ ਮੇਰੀ ਮਾਂ ਨੇ ਮੇਰੇ ਵਿਆਹ ਦਾ ਫੈਸਲਾ ਕੀਤਾ ਤੇ ਮੈਂ ਚੁੱਪਚਾਪ ਇਹ ਫੈਸਲਾ ਮਨਜ਼ੂਰ ਕਰ ਲਿਆ। ਮਾਂ ਨੇ ਮੈਨੂੰ ਤੇਰੀ ਫੋਟੋ ਨਹੀਂ ਦਿਖਾਈ ਕਿਉਂਕਿ ਉਹਨਾਂ ਨੂੰ ਮੇਰੇ ਸਹੀ ਹੋਣ ਦਾ ਨਹੀਂ ਪਤਾ ਸੀ ਤੇ ਉਹ ਮੈਨੂੰ ਅੰਨਾ ਹੀ ਸਮਝਦੀ ਸੀ, ਪਰ ਮੈਂ ਉਹਨਾਂ ਨੂੰ ਕੁਝ ਨਾ ਦੱਸਿਆ। ਜਦੋਂ ਸਾਡਾ ਵਿਆਹ ਹੋਇਆ ਤਾਂ ਮੈਂ ਦੇਖ ਸਕਦਾ ਸੀ। ਪਹਿਲੇ ਦਿਨ ਜਦੋਂ ਮੈਂ ਤੈਨੂੰ ਦੇਖਿਆ ਤਾਂ ਮੈਂ ਤੇਰੇ ਹੁਸਨ ਨੂੰ ਦੇਖ ਕੇ ਹੈਰਾਨ ਹੋ ਗਿਆ। ਇਹ ਆਖਦੇ ਮੋਹਨ ਚੁੱਪ ਹੋ ਗਿਆ। ਉਹਨਾਂ ਦੀ ਇਹ ਗੱਲ ਸੁਣ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਮੋਹਨ ਫਿਰ ਬੋਲੇ, ਪਰ ਮੈਂ ਇਹ ਵੀ ਦੇਖਣਾ ਚਾਹੁੰਦਾ ਸੀ ਕਿ ਤੂੰ ਕਿਸ ਤਰ੍ਹਾਂ ਦੀ ਘਰਵਾਲੀ ਸਾਬਿਤ ਹੋਵੇਂਗੀ। ਮੇਰੇ ਅੰਨੇਪਨ ਬਾਰੇ ਸੁਣ ਕੇ ਮੇਰਾ ਸਹਾਰਾ ਬਣੇਗੀ ਜਾਂ ਬੇਵਫਾ। ਪਰ ਮੈਨੂੰ ਤੇਰਾ ਰਵੱਈਆ ਦੇਖ ਕੇ ਬਹੁਤ ਦੁੱਖ ਹੋਇਆ ਤੇ ਮੈਂ ਤੈਨੂੰ ਛੱਡਣ ਦਾ ਫੈਸਲਾ ਕਰ ਲਿਆ ਸੀ। ਤੇਰੇ ਸਾਹਮਣੇ ਮੈਂ ਅੰਨੇਪਨ ਦਾ ਡਰਾਮਾ ਸਿਰਫ 1 ਮਹੀਨਾ ਹੀ ਕੀਤਾ ਤੇ ਇਸ ਦੌਰਾਨ ਤੂੰ ਮੈਨੂੰ ਛੱਡ ਆਪਣਾ ਇੱਕ ਪ੍ਰੇਮੀ ਵੀ ਬਣਾ ਲਿਆ। ਮੋਹਨ ਦੀ ਇਹ ਗੱਲ ਸੁਣ ਜਿਵੇਂ ਮੇਰੇ ਸਿਰ ਤੇ ਅਸਮਾਨ ਡਿੱਗ ਗਿਆ ਤੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੋਹਨ ਨੇ ਫਿਰ ਮੈਨੂੰ ਦੱਸਿਆ ਕਿ ਉਹ ਨਕਾਬਪੋਸ਼ ਆਦਮੀ ਕੋਈ ਹੋਰ ਨਹੀਂ ਸੀ, ਸਗੋਂ ਮੈਂ ਹੀ ਸੀ। ਮੋਹਨ ਦੀ ਇਹ ਗੱਲ ਸੁਣ ਮੇਰੇ ਹੱਥ ਪੈਰ ਸੁੰਨ ਹੋ ਗਏ। ਮੇਰੇ ਨਾਲ ਇਹ ਕੀ ਹੋ ਰਿਹਾ ਹੈ? ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਐਨੇ ਨੂੰ ਮੋਹਨ ਨੇ ਉੱਠ ਕੇ ਦਰਾਜ਼ 'ਚੋਂ ਨਕਾਬ ਕੱਢਿਆ ਤੇ ਚਿਹਰੇ 'ਤੇ ਪਾ ਲਿਆ। ਮੈਂ ਦੇਖਿਆ ਕਿ ਇਹ ਮੋਹਨ ਹੀ ਸੀ ਜੋ ਹੋਰ ਲੜਕਾ ਬਣ ਕੇ ਮੇਰੇ ਕੋਲ ਆਉਂਦਾ ਸੀ, ਪਰ ਮੈਂ ਨਹੀਂ ਸੀ ਦੇਖ ਸਕੀ ਕਿ ਅੱਖਾਂ ਦਾ ਮੋਹਨ ਦੀਆਂ ਹੀ ਸਨ। ਪਤਾ ਨਹੀਂ ਮੇਰੀ ਅਕਲ 'ਤੇ ਕੀ ਪਰਦਾ ਪੈ ਗਿਆ ਸੀ। ਉਸ ਵੇਲੇ ਮੋਹਨ ਨੇ ਮੈਨੂੰ ਸਵਾਲ ਕੀਤਾ ਕਿ ਰਾਧਾ, ਜੇਕਰ ਮੈਂ ਵਿਆਹ ਸਮੇਂ ਸਹੀ ਹੁੰਦਾ ਤੇ ਵਿਆਹ ਤੋਂ ਬਾਅਦ ਮੇਰੀਆਂ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਤਾਂ ਕੀ ਫਿਰ ਵੀ ਤੂੰ ਕਿਸੇ ਹੋਰ ਨਾਲ ਦਿਲ ਲਾ ਲੈਂਦੀ? ਮੋਹਨ ਦੇ ਸਵਾਲ ਨੇ ਮੈਨੂੰ ਸ਼ਰਮਿੰਦਾ ਕਰ ਦਿੱਤਾ ਸੀ ਤੇ ਮੇਰੇ ਕੋਲ ਬੋਲਣ ਨੂੰ ਕੁਝ ਵੀ ਨਹੀਂ ਸੀ। ਮੇਰਾ ਦਿਲ ਆਖ ਰਿਹਾ ਸੀ ਕਿ ਕਾਸ਼ ਜ਼ਮੀਨ ਫਟ ਜਾਵੇ ਤੇ ਮੈਂ ਉਸ 'ਚ ਸਮਾ ਜਾਵਾਂ। ਮੈਨੂੰ ਉਸ ਨਕਾਬਪੋਸ਼ ਨਾਲ ਮੁਹੱਬਤ ਹੋ ਗਈ ਸੀ ਜੋ ਕਿ ਮੇਰਾ ਪਤੀ ਹੀ ਸੀ ਤੇ ਹੁਣ ਮੈਂ ਕੀ ਕਰਾਂ? ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਮੈਂ ਸੋਚ ਹੀ ਰਹੀ ਸੀ ਕਿ ਮੋਹਨ ਬੋਲਿਆ, ਰਾਧਾ, ਮੈਂ ਤੇਰੇ ਤੋਂ ਨਾਰਾਜ਼ ਨਹੀਂ ਹਾਂ। ਮੈਂ ਤਾਂ ਹਾਲਾਤ ਦਾ ਮਾਰਿਆ ਹੋਇਆ ਇਨਸਾਨ ਹਾਂ ਜਿਸ ਨੇ ਆਪਣੀ ਮਾਂ ਦੀ ਬੇਵਫਾਈ ਦੇਖੀ ਸੀ ਤੇ ਮੈਂ ਉਸ ਦੀ ਸਜ਼ਾ ਇੱਕ ਮਾਸੂਮ ਲੜਕੀ ਨੂੰ ਅਜ਼ਮਾ ਕੇ ਦੇਣਾ ਚਾਹੁੰਦਾ ਸੀ। ਪਰ ਮੈਨੂੰ ਅੱਜ ਅਹਿਸਾਸ ਹੋ ਰਿਹਾ ਹੈ ਕਿ ਮੈਂ ਗਲਤ ਕੀਤਾ। ਮੈਂ ਤੈਨੂੰ ਮਾफ़ ਕਰਦਾ ਹਾਂ ਕਿਉਂਕਿ ਮੈਨੂੰ ਤੇਰੇ ਚਰਿੱਤਰ ਬਾਰੇ ਪਤਾ ਲੱਗ ਗਿਆ ਹੈ। ਤੂੰ ਉਸ ਅਜਨਬੀ ਨਾਲ ਸਿਰਫ ਗੱਲਾਂ ਕੀਤੀਆਂ ਤੇ ਆਪਣੀ ਹੱਦ ਦਾ ਖਿਆਲ ਰੱਖਿਆ। ਮੈਂ ਇਸ ਦੌਰਾਨ ਦੇਖ ਲਿਆ ਸੀ ਕਿ ਤੈਨੂੰ ਸਿਰਫ ਪਿਆਰ ਭਰੀਆਂ ਗੱਲਾਂ ਦੀ ਲੋੜ ਸੀ
ਤੇ ਤੇਰੇ ਅੰਦਰ ਕੋਈ ਹੋਰ ਬੁਰਾਈ ਨਹੀਂ ਸੀ। ਤੇਰੇ ਅੰਦਰ ਇੱਕ ਅਹਿਸਾਸ ਦੀ ਕਮੀ ਸੀ। ਰਾਧਾ, ਮੈਂ ਤੈਨੂੰ ਕੀ ਮੁਆਫ ਕਰਾਂਗਾ ਤੇ ਮੈਂ ਤਾਂ ਇਸ ਕਾਬਲ ਵੀ ਨਹੀਂ ਕਿ ਤੂੰ ਮੈਨੂੰ ਮਾफ़ ਕਰੇ। ਮੇਰੇ 'ਚ ਹਿੰਮਤ ਨਹੀਂ ਸੀ ਕਿ ਮੈਂ ਤੇਰੇ ਤੋਂ ਮੁਆफ़ੀ ਮੰਗਾਂ। ਹੋ ਸਕੇ ਤਾਂ ਮੈਨੂੰ ਮਾफ़ ਕਰ ਦੇਵੀਂ। ਮੋਹਨ ਦੀਆਂ ਗੱਲਾਂ ਸੁਣ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਅੰਨੇ ਉਹ ਨਹੀਂ ਸਗੋਂ ਅੰਨੀ ਤਾਂ ਉਹ ਆਪ ਸੀ ਤੇ ਅੱਜ ਪਰਮਾਤਮਾ ਨੇ ਮੋਹਨ ਦੇ ਨਾਲ ਮੈਨੂੰ ਵੀ ਰੋਸ਼ਨੀ ਦੇ ਦਿੱਤੀ ਸੀ ਤੇ ਇਸ ਦੇ ਲਈ ਮੈਂ ਮਾਲਕ ਦੀ ਸ਼ੁਕਰਗੁਜ਼ਾਰ ਸੀ। ਉਸ ਰਾਤ ਅਸੀਂ ਦੋਵਾਂ ਨੇ ਮਿਲ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ NK ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰੋ ਤੇ ਉਸ ਦੇ ਨਾਲ ਦਿੱਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ। ਧੰਨਵਾਦ।